ਪਿਆਰੇ ਵਿਦਿਆਰਥੀਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਮਨੀਕ ਸਿੰਘ, ਲੈਕਚਰਰ ਫਿਜ਼ਿਕਸ, ਅਰਨੀ ਵਾਲਾ ਸ਼ੇਖ ਸੁਭਾਨ, ਜ਼ਿਲ੍ਹਾ ਫਾਜ਼ਿਲਕਾ। ਬੇਟੇ ਆਪਾਂ ਲੌਂਗ ਆਨਸਰ ਟਾਈਪ ਦੀ ਜਿਹੜੀ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਫॉर 10+2 ਫਿਜ਼ਿਕਸ, ਉਹਦੇ ਵਿੱਚ ਜਿਹੜਾ ਅੱਜ ਅਸੀਂ ਆਰਟੀਕਲ ਡਿਸਕਸ ਕਰਨਾ ਹੈ, ਅਸੀਂ ਉਹਦੇ ਵਿੱਚ ਇਲੈਕਟ੍ਰਿਕ ਪੋਟੈਂਸ਼ੀਅਲ ਬਾਰੇ ਹੈ ਜਿਹੜਾ ਸਟੱਡੀ ਕਰਨਾ ਹੈ। ਠੀਕ ਹੈ ਜੀ। ਕੁਐਸਚਨ ਆਪਣੇ ਕੋਲ ਕੀ ਹੁੰਦਾ ਹੈ, ਦੋ ਤਰ੍ਹਾਂ ਨਾਲ ਆ ਜਿਹੜਾ ਕੁਐਸਚਨ ਆਪਣੇ ਕੋਲ ਪੁੱਟ ਕਰ ਸਕਦਾ। ਲਾਈਨ ਇੰਟੀਗਰਲ ਆਫ ਦੀ ਇਲੈਕਟ੍ਰਿਕ ਫੀਲਡ ਹੈ ਜਿਹੜਾ ਨੈਗੇਟਿਵ ਆਫ ਦੀ ਲਾਈਨ ਇੰਟੀਗਰਲ ਆਫ ਦੀ ਇਲੈਕਟ੍ਰਿਕ ਫੀਲਡ ਆਪਣੇ ਕੋਲ ਕਹਿੰਦੇ ਬਰਾਬਰ ਹੁੰਦਾ ਪੋਟੈਂਸ਼ੀਅਲ ਦੇ ਬਰਾਬਰ ਹੁੰਦਾ ਜਾਂ ਪੋਟੈਂਸ਼ੀਅਲ ਡਿਫਰੈਂਸ ਦੇ। ਉਸ ਚੀਜ਼ ਬਾਰੇ ਆਪਾਂ ਸਟੱਡੀ ਕਰਨਾ। ਬਟ ਫਸਟਲੀ ਆਪਾਂ ਕੀ ਕਰਾਂਗੇ, ਪੋਟੈਂਸ਼ੀਅਲ ਦੀ ਡੈਫੀਨੇਸ਼ਨ ਨੂੰ ਜਿਹੜਾ ਆਪਾਂ ਡਿਸਕਸ ਕਰਾਂਗੇ। ਲਓ ਬੇਟੇ ਦੇਖੋ ਕੁਐਸਚਨ ਕੀ ਹੈ। What do you mean by the electrostatic potential? Derive the expression for the electrostatic potential difference. ਦੇਖੋ ਬੇਟੇ ਪੋਟੈਂਸ਼ੀਅਲ ਹਮੇਸ਼ਾ ਹੀ ਕੀ ਹੁੰਦਾ, ਪੋਟੈਂਸ਼ੀਅਲ ਡਿਫਰੈਂਸ ਹੀ ਹੁੰਦਾ। ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ। ਲੋ ਆਪਾਂ ਡੈਫੀਨੇਸ਼ਨ ਦੇ ਉੱਪਰ ਚੱਲਦੇ ਹਾਂ। ਵਟ ਇਜ਼ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ? ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਸਾਡੇ ਕੋਲ ਕੀ ਚੀਜ਼ ਹੈ ਬੇਟੇ? ਸਿੰਪਲ ਜਿਹੜੀ ਡੈਫੀਨੇਸ਼ਨ ਆਪਾਂ ਦਿੰਨੇ ਆ, ਸਿੰਪਲੈਸਟ degree of electrification of a body, degree of electrification of a body। ਕਹਿਣ ਦਾ ਮਤਲਬ ਇਲੈਕਟ੍ਰੀਫਿਕੇਸ਼ਨ ਦਾ ਮਤਲਬ ਉਹਨੂੰ ਕਿੰਨਾ ਕੁ ਚਾਰਜ ਆ ਜਿਹੜਾ ਉਹ ਦਿੱਤਾ ਜਾ ਰਿਹਾ। ਜਿੰਨਾ ਬੋਡੀ ਨੂੰ ਚਾਰਜ ਜ਼ਿਆਦਾ ਦੇਵਾਂਗੇ ਓਨਾ ਉਹਦਾ ਪੋਟੈਂਸ਼ੀਅਲ ਕੀ ਹੋਊਗਾ, ਵੱਧਦਾ ਜਾਊਗਾ। ਮੋਰ ਵਿਲ ਬੀ ਦੀ ਚਾਰਜ ਗਿਵਨ ਟੂ ਦੀ ਬੋਡੀ, ਮੋਰ ਵਿਲ ਬੀ ਇਟਸ ਪੋਟੈਂਸ਼ੀਅਲ। ਠੀਕ ਹੈ ਜੀ। ਸੋ ਆਪਾਂ ਨੂੰ ਇਹ ਗੱਲ ਕਲੀਅਰ ਹੋ ਗਈ ਵੀ ਪੋਟੈਂਸ਼ੀਅਲ ਹੈ ਜਿਹੜਾ ਉਹ ਆਪਣੇ ਕੋਲ ਇੱਥੇ ਕਹਿੰਦੇ ਤੇ ਡਿਪੈਂਡ ਕਰ ਰਿਹਾ ਡਿਗਰੀ ਆਫ ਦੀ ਇਲੈਕਟ੍ਰੀਫਿਕੇਸ਼ਨ ਆਫ ਏ ਬੋਡੀ। ਠੀਕ ਹੈ ਜੀ। ਸੈਕਿੰਡ ਜਿਹੜੀ ਡੈਫੀਨੇਸ਼ਨ ਆਪਾਂ ਯੂਜ਼ ਕਰਨੀ ਹੈ, ਮੋਸਟ ਇੰਪੋਰਟੈਂਟ ਡੈਫੀਨੇਸ਼ਨ ਜਿਹੜੀ ਹਮੇਸ਼ਾ ਹੀ ਪੋਟੈਂਸ਼ੀਅਲ ਡਿਫਰੈਂਸ ਨੂੰ ਜਾਂ ਪੋਟੈਂਸ਼ੀਅਲ ਨੂੰ ਕਿਵੇਂ ਰਿਪਰੈਜ਼ੈਂਟ ਕੀਤਾ ਜਾਂਦਾ, ਵਰਕ ਡਨ ਦੀ ਫਾਰਮ ਦੇ ਵਿੱਚ। ਦੇਖੋ ਬੇਟੇ, ਜਿੱਥੇ ਵੀ ਤੁਹਾਨੂੰ +1 ਦੇ ਵਿੱਚ, +2 ਦੇ ਵਿੱਚ ਕਿਸੇ ਆਰਟੀਕਲ ਦੇ ਵਿੱਚੋਂ ਪੋਟੈਂਸ਼ੀਅਲ ਦੇ ਨਾਲ ਰਿਲੇਟਿਡ ਕੋਈ ਕੁਐਸਚਨ ਕਰਦਾ ਜਾਂ ਕੋਈ ਡੈਰੀਵੇਸ਼ਨ ਕਰਨੀ ਹੈ ਤਾਂ ਮੋਰ ਦੈਨ 90% ਕੇਸਿਸ ਦੇ ਵਿੱਚ ਆਪਣੇ ਕੋਲ ਅਸੀਂ ਕੀ ਕੈਲਕੂਲੇਟ ਕਰਦੇ ਹਾਂ ਉੱਥੇ, ਵਰਕ ਡਨ। ਕਿਉਂਕਿ ਵਰਕ ਡਨ ਹੈ ਜਿਹੜਾ ਪੋਟੈਂਸ਼ੀਅਲ ਐਨਰਜੀ ਦੀ ਫਾਰਮ ਦੇ ਵਿੱਚ ਸਟੋਰ ਹੁੰਦਾ। ਠੀਕ ਹੈ ਜੀ। ਸੋ ਦੇਖੋ ਡੈਫੀਨੇਸ਼ਨ ਕੀ ਕਹਿੰਦੀ ਹੈ। ਸੈਕਿੰਡ ਮੋਸਟ ਇੰਪੋਰਟੈਂਟ ਡੈਫੀਨੇਸ਼ਨ ਜਿਹੜੀ ਆਪਣੇ ਕੋਲ ਕੀ, ਇਟ ਇਜ਼ ਦੀ ਅਬਿਲਿਟੀ ਆਫ ਏ ਬੋਡੀ ਟੂ ਡੂ ਦੀ ਵਰਕ ਹੈਵਿੰਗ ਚਾਰਜ ਔਨ ਇਟ। ਠੀਕ ਹੈ ਜੀ। ਮੋਰ ਵਿਲ ਬੀ ਦੀ ਚਾਰਜ ਔਨ ਦੀ ਬੋਡੀ, ਮੋਰ ਵਿਲ ਬੀ ਦੀ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ। ਕਹਿਣ ਦਾ ਮਤਲਬ ਅਸੀਂ ਇਹਨੂੰ ਵਰਕ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਨਾ। ਅੱਗੇ ਜਾ ਕੇ ਅਸੀਂ ਆਹੀ ਚੀਜ਼ ਹੈ ਜਿਹੜੀ ਉਹ ਪ੍ਰੂਵ ਕਰ ਦਿਆਂਗੇ W/Q। ਕਿਸੇ ਚਾਰਜ ਨੂੰ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਲੈ ਕੇ ਜਾਣ ਲਈ ਕੀਤਾ ਗਿਆ ਜਿਹੜਾ ਵਰਕ ਹੈ ਉਹ ਆਪਣੇ ਕੋਲ ਕੀ ਹੈ, ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਦੀ ਫਾਰਮ ਦੇ ਵਿੱਚ ਕੀ ਹੋ ਜਾਊਗਾ, ਸਟੋਰ ਹੋ ਜਾਊਗਾ ਬੋਡੀ ਦੇ ਵਿੱਚ। ਇਹ ਸਾਡੀ ਜਿਹੜੀ ਬੇਸਿਕ ਡੈਫੀਨੇਸ਼ਨ ਹੈ ਅੱਜ ਦੇ ਆਰਟੀਕਲ ਵਾਸਤੇ। ਸੋ ਫੰਕਸ਼ਨ ਆਫ ਦੀ ਇਲੈਕਟ੍ਰਿਕ ਪੋਟੈਂਸ਼ੀਅਲ ਕੀ ਹੈ ਵੀ, ਮਤਲਬ ਕਿਸ ਚੀਜ਼ ਨੂੰ ਇਹ ਡਿਸਾਈਡ ਕਰਦਾ ਹੈ, ਡਾਇਰੈਕਸ਼ਨ ਆਫ ਦੀ ਫਲੋ ਆਫ ਦੀ ਚਾਰਜ। ਦੇਖੋ ਬੇਟੇ ਜਿਹੜਾ ਚਾਰਜ ਹੈ ਉਹ ਹਮੇਸ਼ਾ ਕੀ ਕਿੱਧਰੋਂ ਕਿੱਧਰ ਨੂੰ ਫਲੋ ਕਰਦਾ ਹੈ, ਹਾਇਰ ਪੋਟੈਂਸ਼ੀਅਲ ਟੂ ਲੋਅਰ ਪੋਟੈਂਸ਼ੀਅਲ, ਹਾਇਰ ਪੋਟੈਂਸ਼ੀਅਲ ਟੂ ਲੋਅਰ ਪੋਟੈਂਸ਼ੀਅਲ। ਠੀਕ ਹੈ ਜੀ। ਸੋ ਇਫ ਟੂ ਬੋਡੀਜ਼ ਆਰ ਇਨ ਕੰਟੈਕਟ ਹੈਵਿੰਗ ਡਿਫਰੈਂਟ ਪੋਟੈਂਸ਼ੀਅਲ ਦਾ ਮਤਲਬ ਕੀ ਚਾਰਜ। ਦੇਖੋ ਪਹਿਲੀ ਡੈਫੀਨੇਸ਼ਨ ਕੀ ਸੀ, ਡਿਗਰੀ ਆਫ ਦੀ ਇਲੈਕਟ੍ਰੀਫਿਕੇਸ਼ਨ। ਇਹਦਾ ਮਤਲਬ ਜਿੰਦਾ ਪੋਟੈਂਸ਼ੀਅਲ ਹਾਈ ਹੈ ਉਹਦੇ ਤੇ ਚਾਰਜ ਕੀ ਹੋਣਾ ਚਾਹੀਦਾ, ਵੱਧ, ਮੋਰ ਹੋਣਾ ਚਾਹੀਦਾ ਚਾਰਜ। ਤੇ ਜਿਹੜੀ ਬੋਡੀ ਆਪਣੇ ਕੋਲ ਕੀ ਹੈ ਲੋਅਰ ਪੋਟੈਂਸ਼ੀਅਲ ਤੇ, ਉਹਦੇ ਕੋਲ ਚਾਰਜ ਕੀ ਹੋਣਾ ਚਾਹੀਦਾ, ਘੱਟ ਹੋਣਾ ਚਾਹੀਦਾ, ਸਮੌਲ ਹੋਣਾ ਚਾਹੀਦਾ। ਜਦੋਂ ਦੋਵਾਂ ਨੂੰ ਆਪਾਂ ਕੰਟੈਕਟ ਦੇ ਵਿੱਚ ਲੈ ਕੇ ਆਵਾਂਗੇ ਤਾਂ ਕੀ ਹੋਊਗਾ ਬੇਟੇ, ਚਾਰਜ ਵਿਲ ਸਟਾਰਟ ਫਲੋਇੰਗ from the higher value to the lower value till both have the same value, because we know that charge always flow from the higher body, ठीक है जी, to the lower, higher to lower flow ਕਰੇਗਾ ਕਦੋਂ ਤੱਕ, ਜਦੋਂ ਤੱਕ ਦੋਵਾਂ ਦਾ ਪੋਟੈਂਸ਼ੀਅਲ ਕੀ ਨਹੀਂ ਹੋ ਜਾਂਦਾ, ਸੇਮ ਨਹੀਂ ਹੋ ਜਾਂਦਾ। ਇਸ ਤਰ੍ਹਾਂ ਦੀ ਆਪਾਂ ਇਹਨੂੰ ਐਗਜ਼ਾਮਪਲ ਲੈ ਕੇ ਵੀ ਆਪਾਂ ਦੇਖੋ, if we take two water tanks, one is filled and other is not filled or having a very small value of the water,
ਜਦੋਂ ਅਸੀਂ ਇਹਨੂੰ ਓਪਨ ਕਰਾਂਗੇ ਤਾਂ ਕੀ ਹੋਊਗਾ ਬੇਟੇ, ਪਾਣੀ ਦਾ ਜਿਹੜਾ ਵਹਾਅ ਹੈ ਉਹ ਆਪਣੇ ਕੋਲ ਫਿਲਡ ਟੂ ਅਨਫਿਲਡ ਆਪਣੇ ਕੋਲ ਸ਼ੁਰੂ ਹੋ ਜਾਵੇਗਾ, ਕਿਉਂਕਿ ਇਹ ਆਪਣੇ ਕੋਲ ਕੀ ਹੈ, ਹਾਇਰ ਪੋਟੈਂਸ਼ੀਅਲ ਹੈ, ਇਹ ਆਪਣੇ ਕੋਲ ਕੀ ਹੈ, ਲੋਅਰ ਪੋਟੈਂਸ਼ੀਅਲ। ਜਦੋਂ ਬੋਥ ਦੀ ਬੋਡੀਜ਼ ਆਰ ਇਨ ਕੰਟੈਕਟ, ਚਾਰਜ ਹੈ ਜਿਹੜਾ ਆਪਣੇ ਕੋਲ ਕੀ ਕਰੂਗਾ, ਸਟਾਰਟਸ ਫਲੋਇੰਗ ਫਰੋਮ ਦੀ ਹਾਇਰ ਪੋਟੈਂਸ਼ੀਅਲ ਟੂ ਦੀ ਲੋਅਰ ਪੋਟੈਂਸ਼ੀਅਲ ਟਿਲ ਬੋਥ ਹੈਵ ਦੀ ਸੇਮ ਵੈਲਿਊ ਆਫ ਦੀ ਪੋਟੈਂਸ਼ੀਅਲ। ਇਹ ਪਾਣੀ ਵਗਦਾ ਰਹੇਗਾ ਕਦੋਂ ਤੱਕ, ਜਦੋਂ ਤੱਕ ਦੋਵਾਂ ਦਾ ਲੈਵਲ ਕੀ ਨਹੀਂ ਹੋ ਜਾਂਦਾ, ਸੇਮ। ਇਹੀ ਕਨਸੈਪਟ ਹੈ ਜਿਹੜਾ ਉਹ ਪੋਟੈਂਸ਼ੀਅਲ ਦੇ ਵਿੱਚ ਹੁੰਦਾ, ਕਿਉਂਕਿ ਪੋਟੈਂਸ਼ੀਅਲ ਦਾ ਬੇਸਿਕਲੀ ਮਤਲਬ ਕੀ ਹੈ ਵੀ ਬੋਡੀ ਕੋਲੇ ਚਾਰਜ ਜ਼ਿਆਦਾ ਹੈ। ਠੀਕ ਹੈ ਜੀ, ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਹ ਸੀ ਆਪਣੇ ਕੋਲ ਬੇਸਿਕ ਡੈਫੀਨੇਸ਼ਨ ਆਫ ਦੀ ਚਾਰਜ, ਇਲੈਕਟ੍ਰਿਕ ਪੋਟੈਂਸ਼ੀਅਲ ਇਨ ਟਰਮਸ ਆਫ ਚਾਰਜ ਐਂਡ ਵਰਕ ਡਨ। ਠੀਕ ਹੈ ਜੀ। ਨੇਚਰ ਦੇਖੋ ਵੀ ਸਕੇਲਰ ਕੁਆਂਟਿਟੀ ਕਿ ਵੈਕਟਰ ਕੁਆਂਟਿਟੀ। ਦੇਖੋ ਬੇਟੇ ਜਿਹੜਾ ਇਲੈਕਟ੍ਰਿਕ ਪੋਟੈਂਸ਼ੀਅਲ ਹੈ ਇਹਨੂੰ ਆਪਾਂ V ਨਾਲ ਡਿਨੋਟ ਕਰਦੇ ਹਾਂ, ਤੇ ਇਹ ਆਪਣੇ ਕੋਲ ਕਿਹੜੀ ਕੁਆਂਟਿਟੀ ਹੈ, ਸਕੇਲਰ। ਸਕੇਲਰ ਕੁਆਂਟੀਟੀਜ਼ ਹੈਵਿੰਗ ਮੈਗਨੀਟਿਊਡ ਓਨਲੀ। ਠੀਕ ਹੈ ਜੀ। ਇਲੈਕਟ੍ਰਿਕ ਫੀਲਡ ਦੀ ਟਰਮ ਦੇ ਵਿੱਚ ਜੇ ਅਸੀਂ ਡਿਨੋਟ ਕਰਨਾ ਹੋਵੇ ਤਾਂ ਸਾਡੇ ਕੋਲ ਆ ਬੇਟੇ ਫੇਮਸ ਰਿਲੇਸ਼ਨ ਹੈ E = -dV/dr। ਇਹਨੂੰ ਆਪਾਂ ਕਹਿੰਦੇ ਪੋਟੈਂਸ਼ੀਅਲ ਗ੍ਰੇਡੀਐਂਟ। ਪੋਟੈਂਸ਼ੀਅਲ ਗ੍ਰੇਡੀਐਂਟ ਬੇਟੇ ਜਿੱਥੇ ਵੀ ਵਰਡ ਸਾਡੇ ਕੋਲ ਗ੍ਰੇਡੀਐਂਟ ਆਉਣਾ, ਇਟ ਮੀਨਸ ਆਪਾਂ ਲੈ ਕੇ ਚੱਲਣਾ ਵਿਦ ਲੈਂਥ ਜਾਂ ਵਿਦ ਡਿਸਟੈਂਸ। dV/dr ਦਾ ਮਤਲਬ ਚੇਂਜ ਇਨ ਪੋਟੈਂਸ਼ੀਅਲ ਵਿਦ ਡਿਸਟੈਂਸ। ਜੇਕਰ ਪੋਟੈਂਸ਼ੀਅਲ ਹੈ ਜਿਹੜਾ ਡਿਸਟੈਂਸ ਦੇ ਨਾਲ ਆਪਣੇ ਕੋਲ ਮੂਵ ਕਰਨ ਦੇ ਨਾਲ ਚੇਂਜ ਹੋ ਰਿਹਾ ਤਾਂ ਉਹ ਗਿਵ ਰਾਈਜ਼ ਟੂ ਦੀ ਇਲੈਕਟ੍ਰਿਕ ਫੀਲਡ। ਇਹਨਾਂ ਦੀ ਡਾਇਰੈਕਸ਼ਨ ਹੈ ਜਿਹੜੀ ਉਹ ਨੈਗੇਟਿਵ ਸਾਈਨ ਨਾਲ ਰਿਪਰੈਜ਼ੈਂਟ ਕੀਤੀ ਜਾਂਦੀ ਹੈ, ਵੀ ਇਲੈਕਟ੍ਰਿਕ ਫੀਲਡ ਹੈ ਜਿਹੜੀ ਉਹ ਨੈਗੇਟਿਵ ਆਫ ਦੀ ਪੋਟੈਂਸ਼ੀਅਲ ਗ੍ਰੇਡੀਐਂਟ ਦੇ ਬਰਾਬਰ ਹੈ। ਜਿੱਧਰ ਪੋਟੈਂਸ਼ੀਅਲ ਘਟਦਾ ਉਧਰ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਹੁੰਦੀ ਹੈ। ਜੇ ਇਹਨੂੰ ਮੈਗਨੀਟਿਊਡ ਦੀ ਫਾਰਮ 'ਚ ਲਿਖੀਏ ਤਾਂ E/dr ਹੈ ਜਿਹੜਾ ਆਪਣੇ ਕੋਲ dV ਦੇ ਬਰਾਬਰ ਹੋਵੇਗਾ। ਇਸ ਡੈਫੀਨੇਸ਼ਨ ਨੂੰ ਯੂਜ਼ ਕਰਕੇ ਅਸੀਂ ਕੀ ਕੈਲਕੂਲੇਟ ਕਰ ਸਕਦੇ ਹਾਂ, ਪੋਟੈਂਸ਼ੀਅਲ ਕੈਲਕੂਲੇਟ ਕਰ ਸਕਦੇ ਹਾਂ। ਉਹਦਾ ਫਾਰਮੂਲਾ ਇੱਕ ਨੰਬਰ ਵਾਸਤੇ ਹੁਣ E ਦੀ ਵੈਲਿਊ ਸਾਨੂੰ ਪਤਾ ਹੈ 1/4πε0 Q/r²। Q ਆਪਣੇ ਕੋਲ ਕੀ ਸੋਰਸ ਚਾਰਜ ਹੈ ਜਿਹੜਾ ਆਪਣੇ ਕੋਲ ਕੀ ਪ੍ਰੋਡਿਊਸ ਕਰ ਰਿਹਾ ਬੇਟੇ, ਇਲੈਕਟ੍ਰਿਕ ਫੀਲਡ। ਇਹਦੀ ਵੈਲਿਊ ਨੂੰ ਆਪਾਂ ਇੱਥੇ ਪੁੱਟ ਕਰੀਏ ਤਾਂ ਆਪਣੇ ਕੋਲ ਪੋਟੈਂਸ਼ੀਅਲ ਦਾ ਜਿਹੜਾ ਪੋਟੈਂਸ਼ੀਅਲ ਦਾ ਫਾਰਮੂਲਾ ਕੀ ਹੈਗਾ 1/4πε0 Q/r। ਯਾਦ ਰੱਖ ਲੈਣਾ, ਇਹ ਸਕੇਲਰ ਕੁਆਂਟਿਟੀ ਹੈ ਬੇਟੇ, ਸਿੰਪਲੀ ਐਡ ਹੋਊਗੀ। ਐਕਸੀਅਲ ਲਾਈਨ ਤੇ ਇਕੁਏਟੋਰੀਅਲ ਲਾਈਨ ਹੈ ਜਿਹੜਾ ਨਾ ਉਹ ਆਪਣੇ ਕੋਲ ਪੋਟੈਂਸ਼ੀਅਲ ਦੇ ਫਾਰਮ ਦੇ ਵਿੱਚ ਵੀ ਹੈਗਾ। ਠੀਕ ਹੈ ਜੀ। ਆਪਾਂ ਇਲੈਕਟ੍ਰੋਸਟੈਟਿਕਸ ਦੇ ਵਿੱਚ ਜਦੋਂ ਆਪਾਂ ਇਲੈਕਟ੍ਰਿਕ ਫੀਲਡ 'ਚ ਕੀਤਾ ਉਹ ਵੈਕਟਰ ਸੀ ਤਾਂ ਉੱਥੇ ਰਿਜ਼ੋਲਵ ਕਰਕੇ ਉਹਨੂੰ ਸੁਪਰਪੋਜੀਸ਼ਨ ਪ੍ਰਿੰਸੀਪਲ ਲਾ ਕੇ ਐਡ ਕਰਨਾ ਪੈਂਦਾ ਸੀ। ਇੱਥੇ ਆਪਣੇ ਕੋਲ ਸਿੱਧਾ ਹੀ ਐਡ ਹੋ ਜਾਏਗਾ ਐਕਸੀਅਲ ਤੇ ਇਕੁਏਟੋਰੀਅਲ ਦਾ। ਇਹ ਆਪਾਂ ਨੈਕਸਟ ਟਾਈਮ ਆਪਾਂ ਕਰਾਂਗੇ ਬੇਟੇ। ਠੀਕ ਹੈ, ਇੱਥੇ ਤੱਕ ਡੈਫੀਨੇਸ਼ਨ ਕਲੀਅਰ ਹੋਈ ਕਿ ਨਹੀਂ ਹੋਈ? ਇਹ ਆਪਣੇ ਕੋਲ ਸਕੇਲਰ ਕੁਆਂਟਿਟੀ ਹੈ। ਠੀਕ ਹੈ ਜੀ। ਨੈਕਸਟ ਦੇਖੋ, ਜਿਹੜਾ ਅੱਜ ਦਾ ਮੇਨ ਆਰਟੀਕਲ ਹੈ ਜਿਹੜਾ ਅਸੀਂ ਪ੍ਰੂਵ ਕਰਨਾ ਹੈਗਾ ਉਹ ਆਪਣੇ ਕੋਲ ਕੀ ਹੈ, ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਡਿਫਰੈਂਸ ਕੈਲਕੂਲੇਟ ਕਰਨਾ ਕਿਸੇ ਦੋ ਪੁਆਇੰਟਸ ਦੇ ਵਿਚਕਾਰ। ਠੀਕ ਹੈ ਜੀ। ਇਹ ਆਪਣੇ ਕੋਲ ਇਹ ਵੀ ਇਸ ਤਰ੍ਹਾਂ ਵੀ ਲਿਖਿਆ ਹੁੰਦਾ, ਨੈਗੇਟਿਵ ਆਫ ਦੀ ਲਾਈਨ ਇੰਟੀਗਰਲ ਆਫ ਇਲੈਕਟ੍ਰਿਕ ਫੀਲਡ ਹੈ ਜਿਹੜਾ ਉਹ ਕਹਿੰਦੇ ਬਰਾਬਰ ਹੁੰਦਾ ਪੋਟੈਂਸ਼ੀਅਲ ਡਿਫਰੈਂਸ। ਪੋਟੈਂਸ਼ੀਅਲ ਡਿਫਰੈਂਸ। ਠੀਕ ਹੈ ਜੀ। ਜਾਂ ਆਪਾਂ ਇੱਥੇ ਇਹ ਚੀਜ਼ ਵੀ ਸ਼ੋ ਕਰਦਾ ਵੀ ਜਿਹੜੀ ਇਲੈਕਟ੍ਰਿਕ ਫੀਲਡ ਹੈ ਇਹ ਕੰਜ਼ਰਵੇਟਿਵ ਇਨ ਨੇਚਰ ਹੈ। ਠੀਕ ਹੈ ਜੀ। ਇਸ ਚੀਜ਼ ਨੂੰ ਵੀ ਸ਼ੋ ਕੀਤਾ ਜਾ ਸਕਦਾ ਹੈ ਕੰਜ਼ਰਵੇਟਿਵ ਇਨ ਨੇਚਰ। ਕੰਜ਼ਰਵੇਟਿਵ ਫੋਰਸਿਸ ਕਿਹੜੀਆਂ ਹੁੰਦੀਆਂ, ਜਿਹੜੀਆਂ ਪਾਥ ਫੋਲੋਡ ਤੇ ਡਿਪੈਂਡ ਨਹੀਂ ਕਰਦੀਆਂ। ਕਿਸ ਚੀਜ਼ ਤੇ ਡਿਪੈਂਡ ਕਰਦੀਆਂ, ਫਾਈਨਲ ਐਂਡ ਇਨੀਸ਼ੀਅਲ ਪੋਜੀਸ਼ਨ ਤੇ। ਫਾਈਨਲ ਐਂਡ ਇਨੀਸ਼ੀਅਲ ਪੋਜੀਸ਼ਨ ਤੇ। ਠੀਕ ਹੈ ਜੀ। ਅਸੀਂ ਇਹ ਚੀਜ਼ ਵੀ ਪ੍ਰੂਵ ਕਰ ਦਿਆਂਗੇ ਜਦੋਂ ਅਸੀਂ ਇਹਦੇ ਵਾਸਤੇ ਕੈਲਕੂਲੇਟ ਕਰਾਂਗੇ ਪੋਟੈਂਸ਼ੀਅਲ ਦੀ ਡੈਫੀਨੇਸ਼ਨ ਵੀ ਇਹ ਆਪਣੇ ਕੋਲ ਕਹਿੰਦੇ ਤੇ ਡਿਪੈਂਡ ਕਰਦੀ ਹੈ ਇਸ ਚੀਜ਼ ਤੇ। ਇਸ ਲਈ ਜਿਹੜੀ ਫੀਲਡ ਹੋਊਗੀ ਆਪਣੇ ਕੋਲ ਉਹ ਕਿਸ ਤਰ੍ਹਾਂ ਦੀ ਹੋਊਗੀ, ਕੰਜ਼ਰਵੇਟਿਵ ਹੋਊਗੀ। ਇਹ ਵੀ ਇੱਕ ਨੰਬਰ ਦੇ ਵਿੱਚ ਆਪਣੇ ਕੋਲ ਕੁਐਸਚਨ ਆ ਸਕਦਾ ਵੀ ਕੰਜ਼ਰਵੇਟਿਵ ਹੈ ਜਾਂ ਨਹੀਂ ਹੈ। ਚਲੋ, ਜਿਹੜੀ ਆਪਾਂ ਗੱਲ ਕੀਤੀ ਸੀ ਬੇਟੇ, ਆਪਾਂ ਕੀ ਕਿਹਾ ਸੀਗਾ ਵੀ ਜਿੱਥੇ ਵੀ ਪੋਟੈਂਸ਼ੀਅਲ ਡਿਫਰੈਂਸ ਨੂੰ ਕੈਲਕੂਲੇਟ ਕਰਨਾ ਤਾਂ ਉੱਥੇ ਕੀ ਕੈਲਕੂਲੇਟ ਕਰਨਾ, ਵਰਕ ਡਨ। ਵਰਕ ਡਨ ਕਿਸ ਚੀਜ਼ ਦਾ ਵਰਕ ਡਨ ਹੈ, ਇੱਕ ਚਾਰਜ ਨੂੰ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਲੈ ਕੇ ਜਾਣ ਦੇ ਲਈ। ਜਿਵੇਂ ਦੇਖੋ ਬੇਟੇ ਆਪਾਂ ਬੇਸਿਕ ਜੀ ਗੱਲ ਕਰੀਏ ਤਾਂ ਇਸ ਤਰ੍ਹਾਂ ਦਾ ਆਪਾਂ ਇੱਕ ਸਰਕਟ ਬਣਾਉਣੇ ਸਿੰਪਲੈਸਟ। ਉਹਦੇ 'ਚ ਆਪਾਂ ਕੀ ਲਗਾਉਣੇ ਬੇਟੇ, ਇੱਕ ਬੈਟਰੀ।
ਤੇ ਬੈਟਰੀ ਦੀ ਪੋਟੈਂਸ਼ੀਅਲ ਨੂੰ ਆਪਾਂ ਕਿਹਦੇ ਨਾਲ ਸ਼ੋ ਕਰਦੇ ਹਾਂ, ਆਪਾਂ ਕਹਿੰਦੇ V ਵੋਲਟ ਹੈ ਜੀ, ਇਹ 5 ਵੋਲਟ ਦੀ, 10 ਵੋਲਟ ਦੀ ਜਾਂ 15 ਵੋਲਟ ਦੀ। ਆ ਪੋਜ਼ਿਟਿਵ ਟਰਮੀਨਲ ਹੈ, ਨੈਗੇਟਿਵ ਟਰਮੀਨਲ ਹੈ, ਇੱਧਰ ਨੂੰ ਆਪਾਂ ਸ਼ੋ ਕਰਦੇ ਹਾਂ ਵੀ ਕਰੰਟ ਮੂਵ ਕਰ ਰਿਹਾ। ਤੇ ਬੇਸਿਕਲੀ ਇਹ ਬੈਟਰੀ ਕਰ ਕੀ ਰਹੀ ਹੈ, ਇਹ ਇੱਕ ਚਾਰਜ ਹੈ ਜਿਹੜਾ Q, ਉਹਨੂੰ ਉਹਦੇ ਪੋਜ਼ਿਟਿਵ ਟਰਮੀਨਲ ਤੋਂ ਲੈ ਕੇ ਨੈਗੇਟਿਵ ਟਰਮੀਨਲ ਤੱਕ ਵਾਪਿਸ ਲੈ ਕੇ ਆ ਰਹੀ ਹੈ। ਤੇ ਇਸ ਚਾਰਜ ਨੂੰ ਮੂਵ ਕਰਨ ਦੇ ਲਈ ਜਿੰਨਾ ਉਹਨੂੰ ਵਰਕ ਕਰਨਾ ਪੈ ਰਿਹਾ ਹੈ ਨਾ, ਉਹੀ ਇਸ ਬੈਟਰੀ ਦਾ ਕੀ ਹੈ, ਪੋਟੈਂਸ਼ੀਅਲ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਸਧਾਰਨ ਜੀ ਜੇ ਆਪਾਂ ਬੇਸਿਕ ਜੀ ਡੈਫੀਨੇਸ਼ਨ ਦਈਏ ਤਾਂ ਇਹ ਆਪਣੇ ਕੋਲ ਡੈਫੀਨੇਸ਼ਨ ਬਣਦੀ ਹੈ। ਠੀਕ ਹੈ ਜੀ, ਇਹਦਾ ਮਤਲਬ ਜਿਹੜੀ ਆਪਣੇ ਕੋਲੇ ਬੈਟਰੀ ਹੈ ਇਹ ਇੱਕ ਤਰ੍ਹਾਂ ਨਾਲ ਇੱਕ ਮੋਟਰ ਦਾ ਕੰਮ ਕਰ ਰਹੀ ਹੈ, ਜਿਹੜੀ ਆਪਣੇ ਕੋਲ ਚਾਰਜ ਦਾ ਪ੍ਰੈਸ਼ਰ ਡਿਫਰੈਂਸ ਕ੍ਰੀਏਟ ਕਰ ਰਹੀ ਹੈ। ਠੀਕ ਹੈ ਜੀ, ਇੱਥੇ ਪ੍ਰੈਸ਼ਰ ਡਿਫਰੈਂਸ ਨੂੰ ਅਸੀਂ ਕੀ ਕਹਿੰਦੇ, ਪੋਟੈਂਸ਼ੀਅਲ ਡਿਫਰੈਂਸ। ਠੀਕ ਹੈ ਜੀ, ਤੇ ਉਹ ਪੋਟੈਂਸ਼ੀਅਲ ਡਿਫਰੈਂਸ ਕਰਕੇ ਹੀ ਇਹ ਕੀ ਕਰ ਪਾ ਰਹੀ ਹੈ, ਇਹ ਵਰਕ ਕਰ ਪਾ ਰਹੀ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ? ਤੇ ਅਸੀਂ ਕੀ ਕੈਲਕੂਲੇਟ ਕਰਨਾ, ਵਰਕ ਹੀ ਕੈਲਕੂਲੇਟ ਕਰਨਾ। ਸੋ ਸਾਡਾ ਅੱਜ ਦਾ ਜਿਹੜਾ ਐਕਸਪ੍ਰੈਸ਼ਨ ਹੈ ਉਹ ਆਪਣੇ ਕੋਲ ਕੀ ਕੈਲਕੂਲੇਟ ਕਰਨਾ, ਆਪਾਂ ਬਿਟਵੀਨ 2 ਪੁਆਇੰਟ ਆਪਾਂ ਕੀ ਕੈਲਕੂਲੇਟ ਕਰਨਾ, ਪੋਟੈਂਸ਼ੀਅਲ ਡਿਫਰੈਂਸ। ਮੋਸਟ ਇੰਪੋਰਟੈਂਟ ਹੈ। ਆਮ ਤੌਰ ਤੇ ਵਿਦਿਆਰਥੀ ਹੈ ਜਿਹੜਾ ਇਸ ਕੁਐਸਚਨ ਨੂੰ ਔਖਾ ਸਮਝਦੇ, ਆਪਾਂ ਇਹਨੂੰ ਸੌਖਾ ਕਰਨ ਦੇ ਲਈ ਆਪਾਂ ਇਹਨੂੰ 1 ਡਾਇਮੈਂਸ਼ਨ ਦੇ ਵਿੱਚ ਲੈ ਕੇ ਆ ਗਏ ਹਾਂ ਬੇਟੇ। ਬੁੱਕ ਦੇ ਵਿੱਚ ਜਿਹੜੀ ਇਹੀ ਚੀਜ਼ ਹੈ, ਤੁਹਾਨੂੰ ਇਸ ਤਰ੍ਹਾਂ ਨਾਲ ਇੱਕ ਪਲੇਨ ਬਣਾ ਕੇ ਉਹਦੇ ਵਿੱਚ ਜਿਹੜਾ ਇਸ ਤਰ੍ਹਾਂ ਨਾਲ ਆਪਣੇ ਕੋਲ 2 ਪੁਆਇੰਟ ਲੈ ਕੇ ਉਹਨਾਂ ਦੇ ਵਿਚਕਾਰ ਆਪਾਂ ਕੀ ਕੀਤਾ ਹੋਇਆ, ਇਹਨੂੰ RA ਲਿਆ ਹੋਇਆ, ਇਹਨੂੰ RB ਲਿਆ ਹੋਇਆ। ਠੀਕ ਹੈ ਜੀ, ਇੱਥੇ ਆਪਾਂ ਸੋਰਸ ਚਾਰਜ ਰੱਖਿਆ ਹੋਇਆ, ਉਹਦੀ ਇਲੈਕਟ੍ਰਿਕ ਫੀਲਡ ਦੇ ਵਿੱਚ ਆਪਾਂ ਇਸ ਤਰ੍ਹਾਂ ਨਾਲ ਆਪਾਂ ਇਹਨੂੰ ਕੀ ਕੀਤਾ ਹੋਇਆ, ਮੂਵ ਕੀਤਾ ਹੋਇਆ। ਠੀਕ ਹੈ ਜੀ, ਵਿਚਕਾਰ 2 ਪੁਆਇੰਟ ਲੈ ਕੇ ਆਪਾਂ ਕੈਲਕੂਲੇਸ਼ਨ ਕੀਤੀ ਹੋਈ ਹੈ। ਇਹਨੂੰ E ਆਪਾਂ ਸ਼ੋ ਕੀਤਾ, ਇਹਨੂੰ ਆਪਾਂ DL ਸ਼ੋ ਕੀਤਾ, ਐਂਗਲ ਦੋਵਾਂ 'ਚ ਥੀਟਾ ਲੈ ਕੇ ਉਹ ਕੈਲਕੂਲੇਸ਼ਨ ਕੀਤੀ ਹੈ। ਇਸ ਚੀਜ਼ ਨੂੰ ਈਜ਼ੀ ਕਰਨ ਦੇ ਲਈ ਆਪਾਂ ਇਹਨੂੰ ਕਿੱਥੇ ਲੈ ਕੇ ਆ ਗਏ, 1 ਡਾਇਮੈਂਸ਼ਨ ਦੇ ਵਿੱਚ। ਠੀਕ ਹੈ ਜੀ, 1 ਡਾਇਮੈਂਸ਼ਨ ਦੇ ਵਿੱਚ ਕਿਵੇਂ ਆਪਾਂ ਕੀ ਕੀਤਾ ਬੇਟੇ, ਦੇਖੋ ਅਸੀਂ ਵਰਕ ਡਨ ਕਰਨਾ ਹੈ। ਠੀਕ ਹੈ ਜੀ, ਕਿਸੇ ਚਾਰਜ ਨੂੰ ਇੱਕ ਪੁਆਇੰਟ ਤੋਂ ਲੈ ਕੇ ਦੂਸਰੇ ਪੁਆਇੰਟ ਤੱਕ ਲੈ ਕੇ ਜਾਣਾ, ਤੇ ਇਹ ਵਰਕ ਡਨ ਕਿਹਦੀ ਫਾਰਮ ਦੇ ਵਿੱਚ ਸਟੋਰ ਹੋਵੇਗਾ, ਪੋਟੈਂਸ਼ੀਅਲ ਦੀ ਫਾਰਮ ਦੇ ਵਿੱਚ ਸਟੋਰ ਹੋਵੇਗਾ। ਬਟ ਵਰਕ ਡਨ ਕਰਨਾ ਕਿਹੜੀ ਫੋਰਸ ਦੇ ਅਗੇਂਸਟ ਹੈ, ਇਲੈਕਟ੍ਰਿਕ ਫੀਲਡ ਦੇ। ਤਾਂ ਆਪਾਂ ਕੀ ਕੀਤਾ, ਓਰੀਜਨ ਦੇ ਉੱਤੇ ਵੀ ਹੈਵ ਪਲੇਸਡ ਅ ਚਾਰਜ, ਜਿਹਨੂੰ ਆਪਾਂ ਕੀ ਕਿਹਾ, ਸੋਰਸ ਚਾਰਜ। ਸੋਰਸ ਚਾਰਜ ਦਾ ਮਤਲਬ ਦਿਸ ਇਜ਼ ਪ੍ਰੋਡਿਊਸਿੰਗ ਦੀ ਇਲੈਕਟ੍ਰਿਕ ਫੀਲਡ। ਸੋ ਫॉर ਦੀ ਪੋਜ਼ਿਟਿਵ ਚਾਰਜ ਡਾਇਰੈਕਸ਼ਨ ਆਫ ਦੀ ਇਲੈਕਟ੍ਰਿਕ ਫੀਲਡ ਇਜ਼ ਰੇਡੀਅਲੀ ਆਊਟਵਰਡ। 1 ਡਾਇਮੈਂਸ਼ਨ 'ਚ ਤਾਂ ਆਪਾਂ ਸਪੋਜ਼ ਕੀਤਾ ਵੀ ਆ ਇਹਦੀ ਡਾਇਰੈਕਸ਼ਨ ਹੈ, ਆ ਦੇਖੋ ਆਪਾਂ ਇਹਨੂੰ ਬਣਾਤਾ, ਦਿਸ ਇਜ਼ ਦੀ ਡਾਇਰੈਕਸ਼ਨ ਆਫ ਦੀ ਇਲੈਕਟ੍ਰਿਕ ਫੀਲਡ। ਠੀਕ ਹੈ ਜੀ, ਕੋਈ 2 ਪੁਆਇੰਟ ਹੈ, ਉਹਨਾਂ ਦੇ ਵਿਚਕਾਰ ਅਸੀਂ ਕੀ ਕਰਨਾ, ਇੱਕ ਚਾਰਜ Q0 ਹੈ, ਉਹਨੂੰ ਅਸੀਂ B ਪੁਆਇੰਟ ਤੋਂ ਚੱਕ ਕੇ ਕਿੱਥੇ ਲੈ ਕੇ ਆਉਣਾ, A ਪੁਆਇੰਟ ਤੱਕ ਲੈ ਕੇ ਆਉਣਾ। ਵੀ ਵਾਂਟ ਟੂ ਮੂਵ ਦਿਸ ਚਾਰਜ ਫਰੋਮ ਪੁਆਇੰਟ B ਟੂ ਪੁਆਇੰਟ A। ਠੀਕ ਹੈ ਜੀ, ਇਨ ਦਿਸ ਪ੍ਰੋਸੈਸ ਆਪਣੇ ਕੋਲ ਦੇਖੋ ਬੇਟੇ, ਜਿਹੜਾ ਵਰਕ ਡਨ ਹੈ ਉਹ ਪੋਟੈਂਸ਼ੀਅਲ ਦੀ ਫਾਰਮ 'ਚ ਸਟੋਰ ਹੋਊਗਾ, ਅਸੀਂ ਉਹਦੀ ਕੈਲਕੂਲੇਟ ਕਰਨੀ ਹੈ ਵੈਲਿਊ। ਠੀਕ ਹੈ ਜੀ, ਹੁਣ ਦੇਖੋ ਅਸੀਂ ਵਿਚਕਾਰ 2 ਪੁਆਇੰਟ ਕਿਉਂ ਲੈਂਦੇ ਹਾਂ, P ਤੇ Q। ਦੇਖੋ ਬੇਟੇ, ਕਿਉਂਕਿ ਜਦੋਂ ਅਸੀਂ ਚਾਰਜ ਨੂੰ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਲੈ ਕੇ ਜਾਣਾ ਤਾਂ ਵਿਦਆਊਟ ਐਕਸਲਰੇਸ਼ਨ ਲੈ ਕੇ ਜਾਣਾ। ਆਪਾਂ ਕਿਵੇਂ ਲੈ ਕੇ ਜਾਣਾ, ਵਿਦਆਊਟ ਐਕਸਲਰੇਸ਼ਨ। ਕਿਉਂਕਿ ਜੇ ਐਕਸਲਰੇਟਿੰਗ ਇਹਨੂੰ ਲਵਾਂਗੇ ਤਾਂ ਆਪਣੇ ਕੋਲ ਕੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਐਮਿਟ ਕਰੂਗਾ, ਕਿਉਂਕਿ ਚਾਰਜ ਪਾਰਟੀਕਲ ਹੈ, ਜਦੋਂ ਉਹ ਐਕਸਲਰੇਟ ਹੁੰਦਾ ਤਾਂ EM ਰੇਡੀਏਸ਼ਨਸ ਹੈ ਜਿਹੜੀਆਂ ਉਹ ਐਮਿਟ ਕਰਦਾ, ਉਹਦਾ એનર્ਜੀ ਲੈਵਲ ਘਟ ਜਾਂਦਾ, ਉਹਦਾ ਪੋਟੈਂਸ਼ੀਅਲ ਘਟ ਜਾਂਦਾ, ਆਪਣੇ ਤੋਂ ਮੈਜਰ ਨਹੀਂ ਹੋਣਾ। ਜਾਂ ਆਪਾਂ ਸਿੰਪਲੀ ਕਹੀਏ ਵੀ ਇਹਦੇ ਉੱਪਰ ਆਪਣੇ ਕੋਲ ਜਿਹੜੀ ਫੋਰਸ ਲੱਗ ਰਹੀ ਹੈ ਡਿਊ ਟੂ ਦਿਸ ਇਲੈਕਟ੍ਰਿਕ ਫੀਲਡ, ਉਹ ਆਪਣੇ ਕੋਲ ਕੀ ਹੈ, ਆਹ ਡੈਫੀਨੇਸ਼ਨ ਹੁੰਦੀ ਹੈ ਆਪਣੇ ਕੋਲ F/Q ਇਲੈਕਟ੍ਰਿਕ ਫੀਲਡ ਦੀ। ਤਾਂ ਫੋਰਸ ਦੀ ਡੈਫੀਨੇਸ਼ਨ ਕੀ ਹੋਗੀ, Q × E। ਜਿਹੜੀ ਇਹ ਫੋਰਸ ਹੈ ਇਲੈਕਟ੍ਰਿਕ ਫੀਲਡ ਦੇ ਵੇਰੀ ਕਰਨ ਕਰਕੇ ਕੀ ਹੋਊਗੀ, ਆਪਣੇ ਕੋਲੇ ਚੇਂਜ ਹੋਊਗੀ। ਬਟ ਅਸੀਂ ਇਲੈਕਟ੍ਰਿਕ ਫੀਲਡ ਆਲਮੋਸਟ ਕੀ ਲੈ ਕੇ ਚੱਲੇ ਹਾਂ, ਸੇਮ 2 ਪੁਆਇੰਟ ਦੇ ਵਿਚਕਾਰ ਕਿਹੜੇ, P ਤੇ Q। ਉਹਦੇ ਵਾਸਤੇ ਕੀ ਹੈ, ਸਾਨੂੰ ਪਤਾ ਇਲੈਕਟ੍ਰਿਕ ਫੀਲਡ ਹੈ ਨਾ ਜਿਹੜੀ ਬੇਟੇ, ਉਹ 1/4πε0 Q/r²। ਇਹ ਫਿਕਸ ਹੈ, ਆਹ ਚੀਜ਼ ਵਧੀ ਘਟੀ ਜਾ ਰਹੀ ਹੈ R। ਜੇਕਰ R ਨੂੰ ਅਸੀਂ ਬਹੁਤ ਜ਼ਿਆਦਾ ਛੋਟਾ ਲੈ ਲਈਏ, dr ਲਿਆ ਜਿਵੇਂ ਆਪਾਂ, ਤਾਂ ਇਲੈਕਟ੍ਰਿਕ ਫੀਲਡ ਆਲਮੋਸਟ ਕੀ ਹੋਏਗੀ, ਸੇਮ ਹੋਏਗੀ, ਵੇਰੀਏਬਲ ਨਹੀਂ ਹੋਏਗੀ। ਠੀਕ ਹੈ ਜੀ, ਇਹਦਾ ਮਤਲਬ ਅਸੀਂ ਚਾਰਜ ਨੂੰ ਕਿਸ ਤਰ੍ਹਾਂ ਨਾਲ ਮੂਵ ਕਰ ਰਹੇ ਹਾਂ, ਵੈਰੀ ਵੈਰੀ ਸਲੋਲੀ, ਵੈਰੀ ਵੈਰੀ ਸਲੋਲੀ ਮੂਵ ਕਰ ਰਹੇ ਹਾਂ। ਇਹਦੇ ਵਾਸਤੇ ਕੀਵਰਡ ਯੂਜ਼ ਕੀਤਾ ਜਾਂਦਾ, ਕੁਐਸੀ ਸਟੈਟਿਕ। ਕੁਐਸੀ ਮੀਨਿੰਗ ਹੁੰਦਾ ਐਜ਼ ਇਫ, ਸਟੈਟਿਕ ਮੀਨਸ ਐਟ ਰੈਸਟ। ਵੀ ਇੰਨਾ ਜ਼ਿਆਦਾ ਹੌਲੀ ਮੂਵ ਕਰਨਾ, ਸਲੋਲੀ ਮੂਵ ਕਰਨਾ, ਵੀ ਕਿਵੇਂ ਲੱਗੇ ਵੀ ਐਟ ਰੈਸਟ ਹੈ, ਉਹਦਾ R ਚੇਂਜ
नहीं हो रहा क्योंकि प्रोसैस की इलैक्ट्रोस्टैटिक है। प्रोसैस अपने कोल की इलैक्ट्रोस्टैटिक, चार्ज मूव नहीं करना। ठीक है जी। लो हुण आपां मेन आर्टिकल नूं शुरू करदे हां। बेसिक्स आपां डिस्कस कर लिया। आपां 2 पॉइंट दा पोजीशन वैक्टर है जिहड़ा आर ए ते आर बी डिफाइन करता। इनू इस पॉइंट तो लैके इस पॉइंट तक लैके आउणा। इन बिटवीन 2 पॉइंट लए है पी एंड क्यू, जिन्हां दा डिस्टेंस की लिया डी आर, ते डी आर इज वेरी वेरी स्मॉल। सो प्रोसैस अपने कोल की होगी क्वैसी स्टैटिक। सो स्मॉल अमाउंट ऑफ द वर्क विल बी डन। इस पॉइंट तो लैके इस पॉइंट तक मूव करने लिए की होएगा, स्मॉल अमाउंट ऑफ द वर्क विल बी डन। ठीक है जी। ये वर्क डन अपने कोल किहदे बराबर हुंदा है? फोर्स इंटू डिसप्लेसमेंट। डेफिनेशन की हुंदी? फोर्स इंटू डिसप्लेसमेंट। फोर्स कौन लगा रहा है? इलैक्ट्रिक फील्ड। उस फोर्स की डायरैक्शन की है? इधरली साइड ते, बट असी किधर मूव कर रहे हैं? इधर। डी आर इज इन दिस डायरैक्शन, इलैक्ट्रिक फील्ड इज इन दिस डायरैक्शन। बोथ आर अपोजिटली डायरैक्टेड। दोवां च एंगल कितना होएगा? 180 डिग्री, क्योंकि डॉट प्रोडक्ट के बराबर है बेटे एफ वैक्टर डॉट डी आर वैक्टर। ठीक है जी। तो ये चीज़ अपने कोल की बन जाएगी? इन्हां दे विचकार एंगल कितना होएगा अपने कोल? 180 डिग्री। एफ की वैल्यू है जी फ्रॉम द डेफिनेशन क्यू नॉट इंटू ई, असीं कैलकुलेट कर ली। आ वैल्यू आपां इत्थे पुट करती। दिस इज दी स्मॉल अमाउंट ऑफ दी वर्क डन। ठीक है जी। हुण असीं इहनूं सॉल्व करते हैं। आ चीज़ आपां डिस्कस कर ली। इलैक्ट्रिक फील्ड एंड डी आर इन दी अपोजिट डायरैक्शन। सो एंगल कितना होगा? 180 डिग्री। कॉस ऑफ 180 डिग्री की वैल्यू कितनी हुंदी है बेटा? -1। कितनी हुंदी है? -1। आ देखो इत्थे वैल्यू पुट हो गई। ਇਹਦਾ मतलब ਸਾਡੇ ਕੋਲ डी डब्ल्यू किहदे बराबर हो गया? माइनस ऑफ क्यू नॉट इंटू ई डी आर। ई वैक्टर ते डी आर वैक्टर अपोजिटली डायरैक्टेड है। देखो इतों आप जो सिंपली डेफिनेशन यूज करना चाहिए तो आप भी कह सकते हैं डी डब्ल्यू बाय क्यू नॉट है जोड़ा वो माइनस ई डी आर के बराबर आ गया। तो ई डी आर कहते बराबर होंगे तो डी वी के बराबर होंगे। देखो आप किया ना, डी वी इज इक्वल टू डी वी बाय डी आर, नैगेटिव ऑफ डी वी बाय डी आर कहते बराबर है ई दे, ਤੇ डी वी कहते बराबर है ई इंटू डी आर। ਇੱਥੇ भी आप ਇਹਨੂੰ उस डेफिनेशन यूज करके भी कह सकते हैं भी पोटेंशियल किहदे बराबर है? नैगेटिव ऑफ दी। ठीक है जी। लाइन इंटीग्रल ऑफ इलैक्ट्रिक फील्ड। हुण असीं करांगे इहदी इंटीग्रेशन करांगे। इतना क्लीयर हो गया कि नहीं हो गया? ठीक। एक चार्ज सीगा क्यू नॉट, उन्होंने बी पॉइंट तो लैके ए पॉइंट तक लैके आए। क्वैसी स्टैटिक करने के लिए विचकार 2 पॉइंट ले ले, जिते डिस्टेंस की ले लिया आप स्मॉल डी आर। हुण इलैक्ट्रिक फील्ड की डायरैक्शन इधर है, डी आर इधर है, एंगल 180 डिग्री हो गया। वर्क डन कैलकुलेट करना एफ डी आर। ठीक है जी। एफ की वैल्यू पुट करती। ठीक है जी। फोर्स की वैल्यू क्यू इंटू ई पुट करती। ई डी आर के विचकार एंगल 180 डिग्री पुट करता। वो वैल्यू अपने को स्मॉल अमाउंट ऑफ वर्क डन आ गया। किहदे विचकार? पी टू क्यू। असीं की कैलकुलेट करना चाਹੁੰਦੇ? टोटल वर्क डन कितों मूव करना है? बी टू ए। सो की करांगे बेटे? इंटीग्रेटिंग बोथ साइड्स। आपां की करता उन्होंने इंटीग्रेट, कितों मूव कर रहे हैं? बी टू ए। इधरली साइड ते की बी का जिहड़ा पोजीशन वैक्टर अपने कोल की है? आर बी। ए का की है? आर ए। आर बी टू आर ए मूव कर रहे हैं, नैगेटिव ऑफ दी। हुण जिहड़ा आ अपने कोल चार्ज है, टेस्ट चार्ज है। ठीक है जी। जिन्हों असीं मूव करके लैके आ रहे हैं एक पॉइंट तो लैके दूसरे पॉइंट तक। आपां की कीता बेटे? जेकर नैगेटिव नूं अंदर आप एडजस्ट कर दिंदे तो उनकी लिमिट है जिहड़ी वो चेंज हो जाती, अपोजिट हो जाती। देखो इत्थे बी सी, इत्थे ए हो गई। सिमिलरली इत्थे बी सी आप ए करता, नैगेटिव नूं आप अंदर लै गए, एडजस्ट कर लिया। हुण ई की वैल्यू सानूं पता है 1/4πε0 क्यू बाय आर स्केयर, क्योंकि असीं स्पेस जिहड़ा लिया है वो वैक्यूम लिया जां एयर लिया जिंदे विच चार्जिस पए। सो आपां की यूज करांगे? एप्सिलॉन नॉट। ठीक है जी। हुण चार्ज कॉन्सटेंट है, आ टर्म भी की है अपने कोल कॉन्सटेंट, इहनूं बाहर कढता। ये चीज़ बच गई। हुण ये पावर नूं उपर लैके जावांगे तो की होऊगा बेटे? नैगेटिव। हुण अपने कोल आ फार्मूला हुंदा है एक्स दी एन इंटू डी एक्स, एक्स दी n+1 ओवर n+1। इसनूं आपां यूज करांगे -2+1 ओवर -2+1 आर ऑफ ए टू बी। ठीक है जी। आ टर्म -1 हो गई, उपर -1 हो गई, आर ऑफ ए टू बी। ठीक है जी। नैक्सट स्टैप देखो, नैगेटिव जिहड़ा नीचे आया सी उहनूं आपां बाहर कढता। इत्थे आ टर्म बनी सी आर ऑफ -1 डिवाइड बाय -1। ठीक है जी। आर ऑफ ए टू आर ऑफ बी। आ नैगेटिव नूं असीं बाहर कढता,
इनू से उल्टा आके नीचे ले आ टर्म अपने को बन गया, देखो नेगेटिव आर आ गया। वर्क डन कितों बी पॉइंट तो लैके ए पॉइंट तक मूव करके आ रहे हैं 1 बाय अपर लिमिट माइनस लोअर लिमिट। पहला अपर लिमिट पुट की आर की थां ते आर ऑफ बी, लोअर लिमिट पुट किया आर ऑफ ए। ठीक है जी। ਇਹਦਾ ਮਤਲਬ ਜਦੋਂ ਅਸੀਂ ਇਸ ਨੈਗੇਟਿਵ ਨੂੰ ਹੁਣ ਅੰਦਰ ਲੈ ਜਾਾਂਗੇ ਤਾਂ ਆਹ ਪੋਜ਼ਿਟਿਵ ਟਰਮ ਹੈ ਨੈਗੇਟਿਵ ਹੋ ਜੂ, ਆ ਨੈਗੇਟਿਵ ਟਰਮ ਹੈ ਪੋਜ਼ਿਟਿਵ ਹੋ ਜੂ, ਆਹ ਟਰਮ ਆਪਣੇ ਕੋਲ ਬਣ ਗਈ। ਠੀਕ ਹੈ ਜੀ। ਹੁਣ ਆਪਣੇ ਕੋਲ ਕੀ, ਹੁਣ ਅਸੀਂ ਆ ਡੈਫੀਨੇਸ਼ਨ ਯੂਜ਼ ਕਰ ਲਈ ਵੀ ਵੀ ਕਹਿੰਦੇ ਬਰਾਬਰ ਹੁੰਦਾ W/Q0, ਇਹਨੂੰ ਚੱਕ ਕੇ ਅਸੀਂ ਇੱਧਰ ਲੈ ਗਏ। ਇਹਦਾ ਮਤਲਬ ਆਹ ਟਰਮ ਤੁਹਾਡੇ ਕੋਲ ਕੀ ਬਣ ਗਈ, ਇਹ ਤਾਂ V of BA ਬਣ ਗਈ। पोटेंशियल डिफरेंस B to A कहते बराबर होगी Q/4πε0 1/RA - 1/R of B। देखो बेटे ये वर्क डन किंदे ते डिपेंड कर रहा है, फाइनल पोजीशन ते इनीशियल पोजीशन ते, पाथ ते नहीं डिपेंड कर रहा, इसलिए कंजरवेटिव हो गया। ये भी असी शो कर सकते हैं। ठीक है जी। ठीक है, आ पॉइंट क्लीयर हो गया कि नहीं हो गया बेटे। अंदर मल्टीप्लाई करता Q/4πε0 ਨੂੰ ਦੋਵਾਂ ਨਾਲ, तो V की डेफिनेशन की है 1/4πε0 Q/R, तो R A है इनू आप लिखता V A, R B है इनू आप लिखता V B। ਇਹਦਾ मतलब की हो गया W of B to A/Q0 VBA किहदे बराबर होया, इस टर्म के बराबर हो गया। आप जी यूज करते हैं VBA = VA - VB। क्लीयर होया कि नहीं होया। VA A पॉइंट से पोटेंशियल है B पॉइंट के उपर, ये अपने को इक्वेशन है जी असी ड्राइव कर ली। ठीक है जी। सो अमाउंट ऑफ द वर्क डन इन मूविंग अ टेस्ट चार्ज बिटवीन एनी 2 पॉइंट डू नॉट डिपेंड अपॉन द पाथ फॉलोड बट डिपेंड्स अपॉन द फाइनल एंड इनिशियल पोजीशन विच इज द फंडामेंटल करैक्टरिस्टिक्स ऑफ ए कंजरवेटिव फोर्स। हुण इत्थे फोर्स अप्लाई कौन कर रहा सी, इलैक्ट्रिक फील्ड। इहदा मतलब इत्थे की चीज़ प्रूफ होगी भी इलैक्ट्रोस्टैटिक जिहड़ी फील्ड है, इलैक्ट्रिक फील्ड जिहड़ी इत्थे हो रही है वो किस तरह की है, कंजरवेटिव इन नेचर है। ठीक है जी। ये पॉइंट क्लीयर होया कि नहीं होया। इस पॉइंट के उपर हाँ जी, जो असी देखो इस पॉइंट से जो असी नैगेटिव ऑफ द लाइन इंटीग्रल के तौर पर भी मैं तुहानूं चीज़ दसी सी भी इस चीज़ को आप प्रूव कर सकते हैं। इस पॉइंट से आप इंटीग्रेट किया सी, आ Q0 कॉन्सटेंट है, जे असीं दूसरी साइड पर लै जाए तो इधर आ जाएगा ना, ये अपने कोल की बन गया V of BA, इधर अपने कोल की बन गया बेटे नैगेटिव ऑफ R of B R of B to R of A, अंदर अपने कोल की आ गया EDR। ਇਹਦਾ मतलब नैगेटिव ऑफ द लाइन इंटीग्रल ऑफ द इलैक्ट्रिक फील्ड ਉਹ ਕਹਿੰਦੇ बराबर ਹੁੰਦਾ पोटेंशियल डिफरेंस। ठीक है जी। ये चीज़ अपने को पूछी जा सकती है, ये इत्थे खत्म हो जू। डेफिनेशन क्लीयर होगी बेटे जी असीं कैलकुलेट की है। ठीक है। हुण देखो इसे नूं ही जेकर आर्टिकल नूं इस तरह नाल पुट किया जाता है भी इलैक्ट्रिक पोटेंशियल एट 1 पॉइंट कैलकुलेट करो, एट अ पॉइंट। कहने का मतलब ए पॉइंट से दसो पोटेंशियल कितना है। बेसिकली पोटेंशियल हमेशा की होगा तो पोटेंशियल डिफरेंस ही होगा। इसका मतलब एक पॉइंट के उपर कैलकुलेट करनी है तो दूसरे पॉइंट से पोटेंशियल की होनी चाहिए, 0 होनी चाहिए। तो पोटेंशियल का फार्मूला की है 1/4πε0 Q/R। पोटेंशियल 0 कदों होगा जो आर की हो जाए इनफिनिटी हो जाए। सो असीं सपोज कर लांगे भी जो बी पॉइंट तो लैके ए पॉइंट तक असीं मूव करके आ रहे सी ना, तो बी पॉइंट नूं कित्थे शिफ्ट कर दिओ, इनफिनिटी ते शिफ्ट कर दिओ। उन्हों का पोटेंशियल की हो जाएगा 0। जो सारा आर्टिकल ही आ जाता है इस तरह ना, फिर तो सारा उस तरह ड्राइव करांगे। अदरवाइज स्पैशल केस के इनकी वैल्यू R of B की वैल्यू इनफिनिटी पुट करके उन्होंने सॉल्व कर दें। इतने आप एक बार सारा ही सॉल्व किया। डेफिनेशन की है इलैक्ट्रोस्टैटिक जो इलैक्ट्रिक पोटेंशियल एट ए पॉइंट इज डिफाइंड एज अमाउंट ऑफ द वर्क डन इन मूविंग अ यूनिट पॉजिटिव चार्ज Q0 फ्रॉम इनफिनिटी टू अ गिवन पॉइंट, जेडे पॉइंट से असीं आउणा विदाउट एक्सलरेशन, एक्सटर्नल फोर्स ना लगे होंगे इन अगेंस्ट द फील्ड ऑफ द सोर्स चार्ज। ठीक है। पहला फ्रॉम B to A सी हुण इनफिनिटी टू दैट पॉइंट हो गया। डेफिनेशन पहला वाली है, सारा डायग्राम भी पहला वाला देखो। ठीक है जी। 2 पॉइंट ले ले, P पॉइंट की अपने को वैल्यू की ले ली R+DR Q दी, P की वैल्यू ले ली R ऑफ B कितने लै गए बेटे
ਇਨਫਿਨਿਟੀ ਤੇ ਆਰ ਆਫ ਏ ਪੁਆਇੰਟ ਤੇ ਕੈਲਕੂਲੇਸ਼ਨ ਕਰਨਾ ਹੈ। ਇਨਫਿਨਿਟੀ ਤੋਂ ਲੈ ਕੇ ਐਸ ਪੁਆਇੰਟ ਤੱਕ ਮੂਵ ਕਰਕੇ ਆਉਣਾ। ਇਨ ਬਿਟਵੀਨ ਕੀ ਹੈ, ਕੁਐਸੀ ਸਟੈਟਿਕ ਕਰਨ ਦੇ ਲਈ ਇੱਥੇ ਕੀ ਕੈਲਕੂਲੇਟ ਕਰਨਾ, ਸਮਾਲ ਅਮਾਊਂਟ ਆਫ ਦੀ ਵਰਕ ਡਨ। ਠੀਕ ਹੈ ਜੀ, ਆ ਦੇਖੋ, ਠੀਕ ਹੈ ਜੀ। ਸੈਕੰਡ ਪੁਆਇੰਟ ਇਨਫਿਨਿਟੀ ਤੇ ਆਪਾਂ ਮੂਵ ਕਰਤਾ। ਆ ਆਪਾਂ ਫਾਰਮੂਲਾ ਡਰਾਈਵ ਕੀਤਾ, ਵੀ ਆਫ ਬੀ ਟੂ ਏ ਡਬਲਿਊ ਆਫ ਬੀ 1/4πε0 ਕਿਊ ਬਾਏ ਆਰ ਏ ਮਾਈਨਸ ਆਰ ਆਫ ਬੀ, ਕਿਊ ਬਾਏ 4πε0 ਬਾਹਰ ਕੱਢਿਆ ਹੋਇਆ ਸੀ 1/RA ਮਾਈਨਸ ਆਰ ਬੀ। ਆਹ ਡੈਫੀਨੇਸ਼ਨ ਆਪਾਂ ਹੁਣੇ ਪ੍ਰੂਵ ਕੀਤੀ ਹੈ। ਬੀ ਪੁਆਇੰਟ ਨੂੰ ਤੁਸੀਂ ਕਿੱਥੇ ਲੈ ਕੇ ਬੇਟੇ, ਇਨਫਿਨਿਟੀ ਤੇ, ਇੱਥੇ ਇਨਫਿਨਿਟੀ ਪੁੱਟ ਕਰ ਦਿਓ। 1/ਇਨਫਿਨਿਟੀ ਕਿੰਨਾ ਹੁੰਦਾ ਬੇਟੇ, 0, ਇਨਫਾਈਨਾਈਟ, ਇਸ ਲਈ ਆਹ ਟਰਮ ਆਪਣੇ ਕੋਲ ਕੀ 0, ਇਹਨੂੰ ਆਪਾਂ ਐਂ ਲਿਖ ਲਿਆ। ਤਾਂ ਇੱਥੇ ਦੇਖੋ, ਜਦੋਂ ਅਸੀਂ ਇਹਨੂੰ ਸਬਟਰੈਕਟ ਕੀਤਾ ਤਾਂ ਆਹ ਟਰਮ ਬਣ ਗਈ। ਠੀਕ ਹੈ ਜੀ, ਇਹਦਾ ਮਤਲਬ ਅਸੀਂ ਕੀ ਕੈਲਕੂਲੇਟ ਕਰ ਲਿਆ, ਆਹ ਪੁਆਇੰਟ ਆਪਣੇ ਕੋਲ ਕੈਲਕੂਲੇਟ ਹੋ ਗਿਆ। ਇਨਫਿਨਿਟੀ ਟੂ ਦੈਟ ਪੁਆਇੰਟ ਤਾਂ ਇਕੱਲਾ ਉਸ ਪੁਆਇੰਟ ਤੇ ਹੀ ਵੈਲਿਊ ਆ ਗਈ ਨਾ, ਆਰ ਆਫ ਏ ਤੇ ਆ ਗਈ ਸੀ। ਇਨ ਜਨਰਲ ਜਿਹੜਾ ਅਸੀਂ ਕਿਸੇ ਵੀ ਪੁਆਇੰਟ ਦੇ ਉੱਪਰ ਪੋਟੈਂਸ਼ੀਅਲ ਲਿਖਦੇ ਹਾਂ 1/4πε0 ਕਿਊ ਬਾਏ ਆਰ, ਇਹ ਆਪਣੇ ਕੋਲ ਹੁੰਦਾ ਕੀ ਹੈ, ਪੋਟੈਂਸ਼ੀਅਲ ਡਿਫਰੈਂਸ ਹੀ ਹੁੰਦਾ ਹੈ। ਅਸੀਂ ਚਾਰਜ ਨੂੰ ਕਿੱਥੋਂ ਮੂਵ ਕਰਕੇ ਲੈ ਕੇ ਆਏ ਹੁੰਦੇ ਹਾਂ, ਇਨਫਿਨਿਟੀ ਟੂ ਦੈਟ ਪੁਆਇੰਟ, ਜਿਹੜੇ ਪੁਆਇੰਟ ਤੇ ਕੈਲਕੂਲੇਟ ਕਰਨੀ ਹੁੰਦੀ ਹੈ। ਇੱਥੇ ਪੋਟੈਂਸ਼ੀਅਲ ਕਿੰਨਾ ਹੁੰਦਾ, 0। ਮੰਨ ਲਓ ਇੱਥੇ ਪੋਟੈਂਸ਼ੀਅਲ V ਹੈ, ਤਾਂ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੋਇਆ, V ਮਾਈਨਸ 0। ਦੇਖੋ VB ਮਾਈਨਸ VA ਕਿਹਦੇ ਬਰਾਬਰ ਹੁੰਦਾ, VA ਮਾਈਨਸ VB। B ਪੁਆਇੰਟ ਕਿਤੇ ਇਨਫਿਨਿਟੀ ਤੇ, A ਪੁਆਇੰਟ ਤੇ ਪੋਟੈਂਸ਼ੀਅਲ ਕਿੰਨਾ, V, ਕੀ ਬਣ ਗਿਆ ਫਿਰ V ਮਾਈਨਸ 0। VBA ਕਿਹਦੇ ਬਰਾਬਰ ਹੋ ਗਿਆ, V। ਅਸੀਂ ਸਿੱਧਾ ਹੀ ਇਹਨੂੰ ਕਹਿ ਦਿੰਦੇ ਹਾਂ V। ਠੀਕ ਹੈ ਜੀ, ਦਿਸ ਇਜ਼ ਦੀ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਐਟ A ਪੁਆਇੰਟ। ਸਿੰਗਲ ਪੁਆਇੰਟ ਤੇ ਕਰਨਾ ਹੈ ਤਾਂ ਇੱਕ ਪੁਆਇੰਟ ਕਿੱਥੇ ਲੈ ਕੇ ਚੱਲੋ, ਇਨਫਿਨਿਟੀ ਤੇ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ, ਠੀਕ ਹੈ ਜੀ। ਸੋ ਦੇਖੋ ਬੇਟੇ, ਇੱਕ ਮਿੰਟ ਦੇ ਵਿੱਚ ਜੇ ਆਪਾਂ ਰਿਵਾਈਜ਼ ਕਰੀਏ ਵੀ ਅੱਜ ਅਸੀਂ ਕੀ ਕੀਤਾ, ਅਸੀਂ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਡਿਫਰੈਂਸ ਕੈਲਕੂਲੇਟ ਕਰਨਾ ਸੀ। ਠੀਕ ਹੈ ਜੀ, ਇੱਕ ਪੁਆਇੰਟ B ਤੋਂ ਲੈ ਕੇ A ਪੁਆਇੰਟ ਤੱਕ ਅਸੀਂ ਲੈ ਕੇ ਆਉਣਾ ਸੀ। ਇਹਦੇ ਵਾਸਤੇ ਆਪਾਂ ਅਸੀਂ ਸੋਰਸ ਚਾਰਜ, ਇਹਦੀ ਇਲੈਕਟ੍ਰਿਕ ਫੀਲਡ ਕੀ ਹੁੰਦੀ ਹੈ, ਪੋਜ਼ਿਟਿਵ ਸੀ, ਰੇਡੀਅਲ ਆਊਟਵਰਡ, ਇਸ ਡਾਇਰੈਕਸ਼ਨ ਦੇ ਵਿੱਚ ਹੋਊਗੀ। ਤੁਸੀਂ ਮੂਵ ਕਰ ਰਹੇ ਹੋ ਡਾਇਰੈਕਸ਼ਨ 'ਚ, ਇਹਦਾ ਮਤਲਬ ਦੋਵਾਂ ਦੇ ਵਿੱਚ ਐਂਗਲ ਕੀ ਹੋਊਗਾ, 180 ਡਿਗਰੀ। ਹੁਣ ਇਲੈਕਟ੍ਰਿਕ ਫੀਲਡ ਡਿਸਟੈਂਸ ਤੇ ਡਿਪੈਂਡ ਕਰਦੀ ਹੈ, ਉਹਦੀ ਵੈਲਿਊ ਵਧੂ ਕਰੂਗੀ। ਕੌਨਸਟੈਂਟ ਵੈਲਿਊ ਲੈਣ ਦੇ ਲਈ ਅਸੀਂ ਸਮਾਲ ਡਿਸਟੈਂਸ dr ਲੈ ਲਿਆ। ਇੱਥੇ ਪ੍ਰੋਸੈਸ ਕੀ ਕਰ ਲਈ, ਕੁਐਸੀ ਸਟੈਟਿਕ। ਕੁਐਸੀ ਦਾ ਮਤਲਬ ਹੁੰਦਾ ਐਜ਼, ਵੀ ਮੰਨ ਲਓ ਵੀ ਲੱਗਦਾ ਹੋਵੇ ਜਿਵੇਂ। ਇਹਦੇ 'ਚ ਫੋਰਸ ਆਪਾਂ ਕੀ ਲੈ ਲਈ, ਇਲੈਕਟ੍ਰਿਕ ਫੀਲਡ ਕਰਕੇ ਕੌਨਸਟੈਂਟ, ਸਮਾਲ ਅਮਾਊਂਟ ਆਫ ਦੀ ਵਰਕ ਡਨ ਕੈਲਕੂਲੇਟ ਕੀਤਾ ਤੇ ਲਿਮਿਟ ਪੁੱਟ ਕਰਤੀ ਇੰਟੀਗ੍ਰੇਟ ਕਰਕੇ V ਟੂ A, ਉਹ ਆ ਗਈ ਡੈਫੀਨੇਸ਼ਨ ਪੋਟੈਂਸ਼ੀਅਲ ਡਿਫਰੈਂਸ ਦੀ। ਸੈਕਿੰਡ ਦੇ ਵਿੱਚ ਅਸੀਂ ਕੀ ਕੀਤਾ, B ਪੁਆਇੰਟ ਨੂੰ ਕਿੱਥੇ ਲੈ ਗਏ, ਇਨਫਿਨਿਟੀ ਤੇ, ਉਹਦੀ ਕੈਲਕੂਲੇਸ਼ਨ ਅਸੀਂ ਕਰਤੀ, ਆਪਣੇ ਕੋਲ ਫਾਰਮੂਲਾ ਆ ਗਿਆ। ਠੀਕ ਹੈ ਜੀ, ਸੋ ਉਮੀਦ ਕਰਦਾ ਬੇਟੇ ਅੱਜ ਦਾ ਆਰਟੀਕਲ ਹੈ ਜਿਹੜਾ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਇਹਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰ ਲਓ। ਠੀਕ ਹੈ ਜੀ, 1 ਡਾਇਮੈਂਸ਼ਨ ਆਪਾਂ ਇਹਨੂੰ ਸੋਲਵ ਕੀਤਾ। ਥੈਂਕਸ ਐਂਡ ਹੈਵ ਏ ਨਾਈਸ ਡੇ। ਬਹੁਤ ਬਹੁਤ ਧੰਨਵਾਦ।